ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਓਂਕਾਰ ਦੀ ਪ੍ਰਾਪਤੀ ਹੋਏਗੀ ਜਦ ਸੱਚੀ ਟੈਕਨੀਕ ਸਤਿਗੁਰ ਪ੍ਰਸਾਦ, ਜਦ ਸੱਚੀ ਟੈਕਨੀਕ ਦੀ ਕਿਰਪਾ ਹੋ ਜਾਏਗੀ। ਅਰਥਾਤ ਜਦ ਆਪਾਂ ਸੱਚੀ ਟੈਕਨੀਕ ਨਾਲ, ਸੱਚੇ ਗੁਰ ਨਾਲ ਉਸ ਪਰਮਾਤਮਾ ਨੂੰ, ਓਮ ਨੂੰ ਧਿਆਵਾਂਗੇ ਤਾਂ ਇੱਕ ਹੋ ਜਾਵਾਂਗੇ ਓਮ ਨਾਲ, ਅਦਰਵਾਈਜ਼ ਨਹੀਂ। ਹੁਣ ਆਪਾਂ ਨਵੇਂ ਪਾਤਸ਼ਾਹ ਮਹੱਲਾ 9ਵਾਂ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਹੈ ਮਹੱਲੇ 9ਵੇਂ ਦੀ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਖਰੀ ਜਿਹੜੇ ਹੈਗੇ ਨੇ ਅੰਕ, ਉਹਨਾਂ ਦੇ ਵਿੱਚ ਦਰਜ ਹੈਗੀ। ਇਹ ਬਾਣੀ ਜਿਹੜੀ ਹੈ ਬੜੀ ਹੀ ਵੈਰਾਗਮਈ ਬਾਣੀ ਹੈਗੀ ਗੁਰੂ ਸਾਹਿਬ ਦੀ, ਔਰ ਬਹੁਤ ਹੀ ਜਲਦੀ ਗਿਆਨਵਰਧਕ ਹੈ, ਔਰ ਹਿਰਦੇ ਵਿੱਚ ਜਿਹੜਾ ਹੈ ਇਹਦਾ ਡੂੰਘਾ ਅਸਰ ਪੈਂਦਾ ਹੈ। ਮਨੁੱਖ ਜਿਹੜਾ ਹੈ ਟਰਾਂਸਫਰਮੇਸ਼ਨ ਉਹਦਾ ਸਟਾਰਟ ਹੋ ਜਾਂਦਾ ਹੈ ਬਹੁਤ ਫਾਸਟ। ਇਸ ਕਰਕੇ ਇਹ ਬੜੀ ਵੈਰਾਗਮਈ ਬਾਣੀ ਹੈਗੀ। ਉਹ ਸਿੱਧਾ ਜਿਹੜਾ ਹਿਰਦੇ ਦੇ ਉੱਤੇ ਇਹਦਾ ਅਸਰ ਪੈਂਦਾ ਹੈਗਾ, ਔਰ ਹਿਰਦੇ ਜਿਹੜਾ ਹੈ ਖੁੱਲ੍ਹਣਾ ਸ਼ੁਰੂ ਹੋ ਜਾਂਦਾ ਹੈ, ਸਮਝਦਾਰ ਹੋ ਜਾਂਦਾ ਹੈ, ਮਨੁੱਖ ਸਤਰਕ ਹੋ ਜਾਂਦਾ, ਤਿਆਰ ਹੋ ਜਾਂਦਾ, ਪਿਆਰ ਹੋ ਜਾਂਦਾ ਉਸਨੂੰ ਫਿਰ ਗੁਰੂ ਸਾਹਿਬਾਨ ਨਾਲ। ਇਸ ਕਰਕੇ 9ਵੇਂ ਪਾਤਸ਼ਾਹ ਨੂੰ ਰਾਗਾਂ ਦਾ ਬਹੁਤ ਗਿਆਨ ਸੀਗਾ। ਰਾਗਾਂ ਦਾ ਗਿਆਨ ਵੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਸੀਗਾ, ਗੁਰੂ ਨਾਨਕ ਦੇਵ ਜੀ ਨੂੰ ਵੀ ਸੀਗਾ, ਗੁਰੂ ਅੰਗਦ ਦੇਵ ਜੀ ਨੂੰ, ਅਮਰਦਾਸ ਜੀ ਨੂੰ, ਗੁਰੂ ਰਾਮਦਾਸ ਜੀ ਨੂੰ, ਆਪਣੇ ਗੁਰੂ ਗੋਬਿੰਦ ਸਿੰਘ ਜੀ ਨੂੰ, ਸਾਰੇ ਗੁਰੂਆਂ ਨੂੰ ਰਾਗਾਂ ਦਾ ਬਹੁਤ ਬਰੀਕ ਗਿਆਨ ਸੀਗਾ। ਲੇਕਿਨ 9ਵੇਂ ਪਾਤਸ਼ਾਹ ਜੀ ਨੇ ਜਿਹੜਾ ਸ਼ਲੋਕ ਆਏਗਾ ਹੁਣ ਥੋੜ੍ਹੀ ਦੇਰ ਬਾਅਦ, ਉਹਦੇ ਵਿੱਚ ਰਾਗਾਂ ਦਾ ਬਹੁਤ ਡਿਟੇਲ ਵਿੱਚ ਲਿਖਿਆ ਹੈ। ਵੈਸੇ ਤਾਂ ਇੱਕ ਇੱਕ ਸ਼ਲੋਕ ਜਿਹੜਾ ਬੜਾ ਹੀ ਕੀਮਤੀ ਹੈ ਔਰ ਹੀਰੇ ਵਾਂਗਰ ਹੈਗਾ, ਔਰ ਆਪਣਾ ਜਿਹੜਾ ਇਨਸਾਨ ਦਾ ਰੂਟ ਦੇ ਉੱਤੇ ਬਹੁਤ ਜਲਦੀ ਅਸਰ ਕਰਦਾ ਹੈ ਔਰ ਹਿਰਦੇ ਵਿੱਚ ਅਸਰ ਕਰਦਾ ਹੈਗਾ। ਆਪਾਂ ਸ਼ੁਰੂ ਕਰਦੇ ਹਾਂ। ਸ਼ਲੋਕ ਮਹੱਲਾ 9ਵਾਂ। ਗੁਣ ਗੋਬਿੰਦ ਗਾਇਓ ਨਹੀਂ। ਗੋਬਿੰਦ ਦਾ ਗੁਣ ਗਾਇਆ ਹੀ ਨਹੀਂ। ਗੁਣ ਗੋਬਿੰਦ ਗਾਇਓ ਨਹੀਂ, ਗਾਇਨ ਹੀ ਨਹੀਂ ਕੀਤਾ ਗੋਬਿੰਦ ਦੇ ਗੁਣਾਂ ਦਾ। ਜਨਮ ਅਕਾਰਥ ਕੀਨ। ਜਨਮ ਜਿਹੜਾ ਹੈ ਬਿਨਾਂ ਅਰਥਾਂ ਤੋਂ ਬੀਤ ਗਿਆ। ਅਕਾਰਥ, ਕੋਈ ਕਾਰਨ ਨਹੀਂ ਕੀਤਾ, ਕੋਈ ਚੰਗਾ ਕੰਮ ਨਹੀਂ ਕੀਤਾ। ਕਹੂ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਹੁਣ ਮਹਾਰਾਜ ਲਿਖਦੇ ਨੇ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਜਲ ਵਿੱਚ ਮੀਨ ਰਹਿੰਦਾ ਹੈ, ਮੱਛਲੀ ਰਹਿੰਦੀ ਹੈ, ਜੇ ਮੀਨ ਨੂੰ, ਮੱਛਲੀ ਨੂੰ ਜਲ ਤੋਂ ਬਾਹਰ ਕਰ ਦਈਏ ਕੁਛ ਦੇਰ ਵਾਸਤੇ, ਤੇ ਮੱਛਲੀ ਇਸ ਤਰ੍ਹਾਂ ਤੜਫ ਨਹੀਂ ਲੱਗਦੀ। ਤੂੰ ਉਸ ਤਰ੍ਹਾਂ ਭਜ ਕਿ ਜੇ ਤੈਨੂੰ ਭਜਨ ਤੋਂ ਬਾਹਰ ਕੱਢ ਦਈਏ ਤੇ ਤੂੰ ਤੜਫਣ ਲੱਗੇ। ਇਹ ਮਹਾਰਾਜ ਦੱਸ ਰਹੇ ਨੇ ਕਿ ਉੱਚ ਕੋਟੀ ਨਾਲ ਉਸ ਦੇ ਨਾਲ ਇੱਕ ਮਿਕ ਹੋ ਜਾ। ਜਿਸ ਤਰ੍ਹਾਂ ਜਲ ਦੀ ਮੱਛਲੀ ਜਲ ਵਿੱਚ ਇੱਕ ਮਿਕ ਹੋ ਜਾਂਦੀ ਹੈਗੀ, ਜਲ ਤੋਂ ਬਿਨਾਂ ਫਿਰ ਉਹ ਨਹੀਂ ਰਹਿ ਸਕਦੀ, ਜਲ ਵਿੱਚ ਹੀ ਰਹੇਗੀ। ਥਲ ਵਿੱਚ ਲਿਆਵਾਂਗੇ ਤੇ ਉਹ ਫੜਫੜਾਣਾ ਸ਼ੁਰੂ ਹੋ ਜਾਏਗੀ, ਬਲਕਿ ਥੋੜ੍ਹੇ ਚਿਰ ਬਾਅਦ ਉਹਦੀ ਖਾਤਮਾ ਹੀ ਹੋ ਜਾਣਾ। ਕਹੋ ਨਾਨਕ ਹਰ ਭਜ ਮਨਾ, ਜੀਵਿਤ ਜਲ ਕੋ ਮੀਨ। ਇਸ ਤਰ੍ਹਾਂ ਭਜ ਜਿਸ ਤਰ੍ਹਾਂ ਜਲ ਦੀ ਮੀਨ ਜਲ ਵਿੱਚ ਰਹਿ ਕੇ ਤੇ ਖੁਸ਼ ਰਹਿੰਦੀ ਹੈ, ਲੇਕਿਨ ਜਲ ਤੋਂ ਬਾਹਰ ਹੋ ਜਾਏ ਤੇ ਉਹਦਾ ਫਿਰ ਖਤਮ ਹੈ। ਤੂੰ ਉਸ ਤਰ੍ਹਾਂ ਭਜ, ਮਤਲਬ ਤੂੰ ਇਸ ਤਰ੍ਹਾਂ ਭਜ ਕੇ ਜਿਸ ਤਰ੍ਹਾਂ ਇਹਦੀ ਸ਼ਬਦ ਹਟ ਜਾਏ ਤੇ ਫਿਰ ਜਿਹੜਾ ਫੜਫੜਾਹਟ ਸ਼ੁਰੂ ਹੋ ਜਾਏ। ਵਿਖਿਅਨ ਸਿਓ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਤੂੰ ਤਾਂ ਜ਼ਹਿਰ ਵਿੱਚ ਡੁੱਬਾ ਹੋਇਆ,
एक मिनट वास्ते भी तू उदास ही नहीं होंदा, उस पासों हटता ही नहीं तेरा चित्त। कहो नानक बज हर मना, परे न जम की फास। हे मना हरि नू जप, हे मन हरि नू जप। इस तरह जप कि जम जिहड़ा है दूर नट जाए, जम दी फिर मार पवे ही ना। इस तरह जप। पहले मछली का उदाहरण दिता, हुण जम का दस दिता कि इतना भिज के जप कि जम भी जिहड़ा है वो डर के नठ जावे। तरना पो यूं ही गयो, लियो जरा तन जी। जिहड़ा जवानी सीगा बंदे दी, जिहड़ी जवानी सीगी वो इस तरह ही बीत गई। तरनापो यूं ही गयो, लियो जरा तन जी। क्योंकि तरनापो जब रहिंदा है ना बंदा, तो जवान रहिंदा तो उहदे विच बल ज़्यादा रहिंदा, वो इउं ही व्यर्थ चला गया। क्योंकि तन की जीत हो गई है। उस वेले बंदे की तन विच बहुत ज़्यादा शक्ति होंदी है। कहो नानक भज हर मना, औद जात है भी। हुण महाराज चिता रहे ने वही औद ते बीतती जा रही, समय तो बीतता जा रहा। औद बीत जाएगी फिर कद हरि का ना जपेगा। तरनापो निकल गया। बिरध भयो सूझे नहीं, काल पहुँचियो आन। हुण जिहड़ा मनुख है बिरध हो गया, कोई सूझबूझ नहीं चल रही उहदे अंदर। और काल जिहड़ा है वो उत्ते चढ़ के आ गया। काल पहुँचियो आन, काल आ गया, बुढ़ा हो गया मनुख, सूझबूझ खत्म हो गई है, काल सिर ते आ गया है। कहो नानक नर बावरे, क्यों न भजे भगवान। तू अजे तक बावरे है, तू भजिया नहीं भगवान नूं अजे तक, बावरे ही होके बैठा होया। अगले श्लोक में महाराज दसदे ने, धन दारा संपत सगल जिन अपनी करमान। धन नू, धन पदार्थ जिहड़े हैगे ने चारों पासे खिलरे पे ने। दारा यानी स्त्री, संपत यानी जिहड़े घर मकान कारां ये वो मनुख बना लैंदा है। धन नू, दारा नू, संपत्ति नू, सगल जिन अपनी करमान। ये सारिया चीज़ां नू जिसने मन लिया कि बस मैं ते वही धन दारा संपत सगल जिन अपनी करमान। इनमें कछ संगी नहीं, नानक साची जान। ਇਹ ਗੱਲ सच्ची मन लै, ਇਹਦੇ ਵਿੱਚ कोई संगी नहीं है। ना तेरे नाल धन जाएगा, ना तेरी स्त्री जाएगी, ना तेरी संपत्ति जाएगी। इत्थे सब छड़ के करोड़ा करोड़ा लोग ले खाली हथ चले गए ने। चक के देख ले संसार विच कोई एक संपत्ति या मकान अर्थ तो उत्ते नहीं ले गया। ये अर्थ पृथ्वी, इस तो कोई भी स्वर्ग विच अपना घर ले जाके नहीं ले जा सकिया। ना कोई कार ले गया, ना कोई एक सूई लेके गया, ना एक बुशर्ट, ना एक पैंट, ना एक कपड़ा, सब इत्थे ही छड़ के जाना पैंदा। इस शरीर भी जिहड़ा बंदा लैके आंदा है, शरीर भी इत्थे छड़ जांदा है। इसका मतलब ये कि ना धन जाएगा, ना दारा जाएगी, ना संपत जाएगी, ना कुछ जाएगा, ना कुछ जाएगा, कुछ भी नहीं जाएगा। लेकिन संगी समझ के बैठा होया, ये मेरा संगी है, ये मेरा घर है, ये मेरी स्त्री है, ये मेरा पुत्र है, ये मेरी संपत्ति है, ये मेरा राज है, ये मेरा पाठ हैगा। सब इत्थे ही छड़ जाएगा, कुछ भी नहीं जाएगा। पतित उदाहरण भय हरण, पतित उदाहरण भय हरण, हर अनाथ के नाथ। पतिता नूं उद्धार करण वाला, पतिता दा उद्धार करण वाला कौन है? हर भय हरण, भय नूं दूर करण वाला। पतिता दा उद्धार और भय नूं दूर करण वाला हर अनाथ के नाथ। हर हैगा जिहड़ा अनाथां दा नाथ हैगा। कहो नानक त्यो जानिए सदा बस्त तुम साथ। नानक कहंदे ने उसनूं जाण, तिह जानिए, उसनूं जाणो, सदा बस्त तुम साथ।
तुम्हारे नाल ਜਿਹੜੀ ਵਸਤੂ ਜਾਣੀ ਹੈ ਅਰਥਾਤ ਪ੍ਰਭੂ ਦਾ ਨਾਮ, ਉਸ ਨੂੰ ਜਾਣੋ। ਤਨ ਧਨ ਜੇ ਤੋ ਕੋ ਦਿਓ ਤਾਸੂ ਨੇਹ ਨਾ ਕੀਨ। ਜਿਸਨੇ ਤੈਨੂੰ ਤਨ ਦਿੱਤਾ, ਤੈਨੂੰ ਧਨ ਦਿੱਤਾ, ਤੈਨੂੰ ਸੰਪत्ति ਦਿੱਤੀ, ਤੈਨੂੰ ਦਾਰਾ ਦਿੱਤੀ, ਤੈਨੂੰ ਹਰ ਚੀਜ਼ ਦਿੱਤੀ, जिसने तैनू दिता है सब चीज़ां, तू उसनू नहीं समझिया, उस दे नाल तू नेह नहीं कीता। कहो नानक नर बावरे अब क्यों दौलत दीन। हुण क्यों डोलदा पिया? जिसने तैनू सब कुछ दिता तू उस वक्त समझिया नहीं जिस वक्त समझना चाहिए सीगा। तन धन जे तो को दियो तासू नेह ना कीन। तू ਉਹਦੇ ਨਾਲ ਪਿਆਰ ਹੀ ਨਹੀਂ ਕੀਤਾ। ਜਿਸਨੇ ਸਭ ਕੁਝ ਦਿੱਤਾ ਸੀ ਉਹਦੇ ਨਾਲ ਪਿਆਰ ਹੀ ਨਹੀਂ ਕੀਤਾ। ਤਨ ਦਿੱਤਾ, ਧਨ ਦਿੱਤਾ, ਸੰਪत्ति ਦਿੱਤੀ, ਇਸਤਰੀ ਦਿੱਤੇ, ਘੋੜੇ ਵਗੈਰਾ ਸਭ ਦਿੱਤਾ, ਉਹਦੇ ਨਾਲ ਪਿਆਰ ਹੀ ਨਹੀਂ ਕੀਤਾ। ਹੁਣ ਕਿਉਂ ਡੋਲਦਾ ਪਿਆ? ਕਹੋ ਨਾਨਕ ਨਰ ਬਾਵਰੇ, ਇਹ ਬਾਵਰੇ ਨਰ ਹੁਣ ਕਿਉਂ ਡੋਲ ਰਿਹਾ? ਜਿਸਨੇ ਸਭ ਕੁਝ ਦਿੱਤਾ ਸੀ ਤੂੰ ਉਸ ਨੂੰ ਤੂੰ ਪਿਆਰ ਨਹੀਂ ਕੀਤਾ, ਹੁਣ ਡੋਲਦਾ ਪਿਆ। ਕਿਉਂ ਡੋਲ ਰਿਹਾ? तन धन संपे सुख दियो अर्जह नीके धाम। तन दिता, धन दिता, संपत्ति दिती, सुख दिता, सब कुछ दिता, लेकिन तू उसनू प्यार नहीं किया। निक्के निक्के धाम दिते, निक्के निक्के तेरी प्रॉपर्टियां, जो भी समान है वो निक्का ही हैगा। पूरी पृथ्वी का सम्राट कोई नहीं बनया आज तक, बनया कोई बनया ही नहीं। सब सुख दाता राम है दूसर नाही कोय। कहो नानक सुन रे मना सिमरत काहे न राम। हुण नानक कह रहे ने नौवें पातशाह, तू सिमरदा क्यों नहीं भाई? वो मन नूं आवाज मार रहे ने। कहो नानक सुन रे मना, ये मना तू सुन। सिमरत काहे न राम। क्वेश्चन, राम का सिमरन क्यों नहीं करता जिसने इतनी चीज़ां तैनू दित्तियां ने? सुन रे मना, ये मना सुन कि सारी चीज़ां तैनू मिलियां ने, लेकिन सब कुछ मिलन तो बाद भी तू उहदे नाल नेह नहीं कीता, प्यार नहीं कीता, उहदे नाल इकमिक नहीं होया। अर्थात उहदे नाल प्यार कर, ਉਹਦੇ ਨਾਲ ਰਾਫਤਾ ਬਣਾ। ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੀ ਕੋਏ। ਸਾਰੇ ਸੁੱਖਾਂ ਦਾ ਦੇਣ ਵਾਲਾ ਉਹ ਰਾਮ ਹੈ, ਪਰਮਾਤਮਾ ਹੈ। ਦੂਸਰ ਨਾਹੀ ਕੋਈ, ਦੂਜਾ ਹੋਰ ਕੋਈ ਨਹੀਂ ਹੈਗਾ। ਕਹੋ ਨਾਨਕ ਸੁਨ ਰੇ ਮਨਾ ਤਿਹ ਸਮਰਤ ਗਤ ਹੋਏ। ਉਹਦੇ ਨਾਲ ਸਿਮਰਨ ਕਰੇਗਾ ਤਾਂ ਗਤੀ ਤੈਨੂੰ ਪ੍ਰਾਪਤ ਹੋਏਗੀ। ਉਹਦਾ यदि ਸਿਮਰਨ ਨਹੀਂ ਕਰਾਂਗੇ तो फिर गतिहीन अपनी जगह ते जड़ा है, गतिहीन या दुर्गत, ये हेठले पासे होगी तो दुर्गत बन जानी है। अर्थात उसका सिमरन करके गतिमान हो जा, भले पासे गति कर ले। जे सिमरन गत पाइए ते भज रहते मीत। जिन्ना सिमरन करके गति प्राप्त हो सकती है उन्हें सिमरन कर और गति नू प्राप्त कर। हे मेरे मित्रा भज रहते मीत, हे मीत तू भज और गति प्राप्त कर भले पासे। कहो नानक सुन रे मना औद घटत है नीच। मना सुन, मन नू आवाज़ दे रहे हैं बार बार, जड़े सुन रे मना, मन नू आवाज़ दी जा रही है। औद घटत है नीत, हर पल जेड़ी है औद आयु एज घटती जा रही है मनुख दी। पांच तत्त को तन रचियो, पंजा तत्तां नाल जिहड़ा तन रचिया गया है। जानह चतुर सुजान, लेकिन मनुख जिहड़ा बड़ा चतुर समझदा अपने आप, सुजान ज़्यादा ज्ञानी।
ਜਿਹਤੇ ਉਪਜਿਓ ਨਾਨਕਾ ਲੀਨ ਤਾਹਿ ਮੈਂ ਮਾਨ। ਇਹ ਗੱਲ ਨੂੰ ਮੰਨ ਲੈ, ਜਿੱਥੋਂ ਤੂੰ ਉਪਜਿਆ ਹੈ ਲੀਨ ਵੀ ਉੱਥੇ ਹੀ ਜਗ੍ਹਾ ਹੋ ਜਾਏਗਾ। ਪੰਜ ਤੱਤਵਾਂ ਤੋਂ ਉਪਜਿਆ, ਉਸ ਤੋਂ ਬਾਅਦ ਪੰਜ ਤੱਤਵਾਂ ਵੀ ਲੀਨਤਾ ਹੋ ਜਾਏਗੀ। ਇਹ ਕੁਦਰਤ ਦਾ ਅਸੂਲ ਹੈ। ਘਟ ਘਟ ਮੇਂ ਹਰ ਜੂ ਬਸੇ, ਸੰਤਨ ਕਿਹੋ ਪੁਕਾਰ। ਹਰ ਘਟ ਵਿੱਚ ਜਿਹੜਾ ਹੈ ਹਰ ਜੀ ਵਸਦਾ ਪਿਆ ਹੈ। ਸੰਤਨ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਜਿਤਨੇ ਵੀ ਸੰਤ ਜਨ ਹੈਗੇ ਨੇ ਉਹ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਘਟ ਘਟ ਮੈਂ ਹਰ ਜੂ ਵਸੇ। ਹਰੀ ਜਿਹੜਾ ਹੈ ਵਸਦਾ ਪਿਆ ਹਰੇਕ ਘਟ ਘਟ ਵਿੱਚ, ਹਰੇਕ ਜਗ੍ਹਾ ਜਗ੍ਹਾ ਵਿੱਚ ਹਰੀ ਦਾ ਵਾਸਾ ਹੈ। ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰਹਿ ਪਾਰ। ਹੁਣ ਫਿਰ ਮਹਾਰਾਜ ਦੱਸਦੇ ਨੇ ਕਿ ਭਾਈ ਤੂੰ ਭਜ, ਇਹ ਮਨਾ ਤੂੰ ਭਜ। ਕਹੋ ਨਾਨਕ ਤੇ ਭਜ ਮਨਾ, ਇਹ ਮਨਾ ਤੂੰ ਉਸਨੂੰ ਭਜ। ਜਪ, याद कर, चित्ते कर, सिमरन कर। यदि सिमरन करेगा भव निध उतरे पार, भव दी निध तो पार उतर जाएगा। सुख दुख जेह पर सह नहीं, लोभ मोह अभिमान। फिर सुख और दुख जेड़ा है वो तेरे सामने आएंगे नहीं, परसणगे नहीं, आएंगे नहीं लोभ मोह अभिमान। ना ही लोभ आएगा, ना ही मोह आएगा, ना ही अभिमान आएगा। ਇਹ ਸਭ ਚੀਜ਼ਾਂ ਜਿਹੜੀਆਂ ਨੇ ਨਿਊਟਰਲ ਅਵਸਥਾ ਵਿੱਚ ਬੈਠ ਜਾਏਗਾ ਮਨੁੱਖ ਭਜਨ ਕਰਨ ਨਾਲ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਫਿਰ ਇਸ ਤਰ੍ਹਾਂ ਦੀ ਜਿਹੜੀ ਮੂਰਤ ਹੋਏਗੀ ਉਹ ਭਗਵਾਨ ਦੀ ਬਣ ਜਾਏਗੀ। ਉਸਤਤ ਨਿੰਦਾ ਨਾ ਹੈ ਜੇ, ਨਾ ਉਸਤਤ ਰਹੇਗੀ ਨਾ ਨਿੰਦਾ ਰਹੇਗੀ। ਨਾ ਉਸਤਤ ਕਰਨ ਜੋਗਾ ਨਾ ਨਿੰਦਾ ਕਰਨ ਜੋਗਾ, ਨਾ ਉਸਤਤ ਸੁਣਨ ਜੋਗਾ ਨਾ ਨਿੰਦਾ ਸੁਣਨ ਜੋਗਾ। कंचन लोह समान। कंचन मतलब सोना, लोह मतलब लोहा। सोना वैसे बड़ा महंगा रहिंदा, लोहा बड़ा सस्ता रहिंदा कीमत के हिसाब नाल, लेकिन कंचन भी वही हिसाब दिखेगा तैनूं, लोहा भी समदर्शी हो जाएगा। क्यों? दोहें एलीमेंट अर्थ तो निकले हुए हैं। फिर वो खत्म हो जाएगी गल, ये कंचन है, ये लोह है। कंचन लोह समान, एक समान दिखांगे। कहो नानक सुन रे मना, मुक्तता है तय जान। तेरी मुक्ति होएगी जान ले, जब तू सिमरन करेगा भजेगा, फिर उपरयुक्त जी क्वालिटीज हैगी ने कंचन और वो बराबर दिखणगे, सुख दुख बराबर दिखणगे, मान अपमान बराबर हो जाएंगे। जब ये कंडीशन आ जाएगी, समझो भगवान जड़ा अंदर जड़ा बैठा हुआ भगत दे वो जागृत हो गया है, एक्टिवेट हो गया है, ता फिर जड़ा है मुक्ति प्राप्त हो जाएगी। कहो नानक सुन रे मना, मुकतता है जान। फिर जड़ी मुक्ति की प्राप्ति हो जाएगी। हरख सोग जा कह नहीं, बैरी मीत समान। ना हरख रहेगा, ना शोक रहेगा, ना बैरी रहेगा, ना मित्र रहेगा, सब समान हो जाएंगे। कहो नानक सुन रे मना, मुकतता है जान। मुक्ति की प्राप्ति हो जाएगी। ऐ समझ ले भाई, दो दो बेरी गुरु साहब ने दस दिता कि मुक्ति हो जाएगी। भय काहूँ को दैत न भय मानत आन। ना किसी नूं भय दे, ना किसी दे भय विच आ। कहो नानक सुन रे मना, ज्ञानी ताहे बखान। वो व्यक्ति नूं ज्ञान आ गया जिसनूं ये गल समझ आ गई, ना भय किसी नूं दिओ, ना किसी दे भय विच आओ। वो व्यक्ति नूं जद एक ज्ञान आ जाएगा तो उसनूं बोलते हैं कि वो ज्ञानी हो गया है। जेह भिखिया सग ली तजी, लियो पेख बैराग। कहो नानक सुन रे मना, तिहनर माथे भाग। जिसने भिखिया जी ये सारी तज दी, जितना अंदर जहर सीगा विचारां दा नेगेटिव, वो सारा त्याग दिता है।
और बैराग रूपी भेक धारण कर लेता। बैराग, राग यानी कुछ लालच यदि है तो राग है अंदर। बैराग मतलब बिना राग तो कोई लालच वगैरह नहीं है। कहो नानक सुन रे मना, तिह नर माथे पाग। ਉਹਦੇ ਮੱਥੇ ਦੇ ਜਿਹੜੇ ਭਾਗ ਹਨ ਉਹ ਜਾਗਰਿਤ ਹੋ ਗਏ ਨੇ। ਜਿਸ ਤਰ੍ਹਾਂ ਹੀ ਮੱਥੇ ਦੇ ਭਾਗ ਖੁੱਲ੍ਹ ਜਾਣਗੇ ਤੇ ਉਪਰਯੁਕਤ ਕਥਨਾ ਅਨੁਸਾਰ ਉਹ ਮੁਕਤ ਹੋ ਜਾਏਗਾ। जब मुकत हो गया है तो आप समझांगे कि भाई ये भाग जोड़े ने जागृत हो गए ने। कहो नानक सुन रे मना, तिह नर माथे भाग। जिहड़ी उपरयुक्त घटनावां घट जाणगियां तो समझो भाग जोड़े ने इस तरह के मनुष्य दे खुल गए ने, वो भागशील हैगा। जे माया ममता तजी सबते भयो उदास। जिसने माया तज दिती है, ममता तज दिती है, और जितने भी काम क्रोध लोभ अहंकार हैं माया दे, वो सब माया दे जाल विच आ जाते हैं। काम क्रोध लोभ मोह अहंकार, या इसनूं दूसरे रूप विच आखदे ने त्रिह गुण, रजो तमो सतो। फिर चौथा जिहड़ा पद प्राप्त हो जाता है। फिर इस प्रकार दे मनुख जिसने माया तज दिती है, विकार तज दिते ने, तो वो जिहड़ा चौथे पद का हकदार हो जाता है। वही गुरु साहब दस रहे ने, जे माया ममता तजी सबते भयो उदास। कहो नानक सुन रे मना, तिह घट ब्रह्म निवास। ਉਹਦੇ अंदर जिहड़ा है ब्रह्म का निवास हो गया है। अर्थात वो काम क्रोध लोभ मोह अहंकार तो खत्म हो गया है, माया दे विकारा तो खत्म हो गया है, रजो तमो सतो गुण तो दूर हो गया है। त्रिगुणी जिहड़ी है हुण उहदे उत्तर कोई असर नहीं कर। रजो मतलब साडे अंदर जिहड़े विचार चलते ने, रजो दे विचार रहिंदे ने। की विचार रहिंदे? बई मैं कार विच घूम लवां, मैं पढ़ लिखे वड्डा आदमी बन जा, पद की लालच, या इस प्रकार के जितने भी लालचा ने रजो दी विचारिक, वो रजोगुण कहलांदा, रजो विच आ जांदा। तमो मतलब जेलसी की भावना, कि उसका नुकसान हो जाए, तमो जिहड़ा हेठले पासे ले जाता। सतो मतलब सत्य बोलण वाला, हमेशा सत्य ही सत्य बोले जाएगा। चलो भाई मैं एक काम कर लवां पुकार परोपकार का, ये सतो गुण विच आंदा। लेकिन महाराज आखदे ने रजो तमो सतो त्रिगुण ते प्रभ भिन्न। प्रभु जिहड़ा भिन्न हैगा ये अजे माया विच ही हैगा, क्योंकि सतो विच भी जो बोल रहा मैं कर देवां चंगा काम, मैं परोपकार का काम कर, अजे मैं उहदे विच है। इस करके पर अपनी बाणी विच क्लीयर कट दसिया, रजो तमो सतो गुण ये माया दी जड़ा ना विस्तार हैगा। हालांकि सतो चंगे गुणा विच है, लेकिन वो अजे भी माया दी है। चौथे पद में सो जनगत पावे। जब चौथा इतिहास खत्म हो जाएंगे तो चौथा जड़ा पद है उत्थे परम गति प्राप्त होएगी। कहो नानक सुन रे मना, तिह घट ब्रह्म निवास। फिर जड़ा चौथे पद विच पहुँच जाएगा उहदे घट विच जड़ा ब्रह्म का निवास हो जाएगा। जे प्राणी हो में तजी करता राम पछान। जिसने होमे तज दिती हैगी और यह समझ लिया कि करता राम है, मैं करता नहीं हाँ, करता राम है, वो जिहड़ा है सतो तो उत्ते चला जाता। जदों करता नूं समझ आ रहे, जित मैं तो कुछ किया ही नहीं है, वो करण वाला करता, करते का जब ज्ञान हो जाए कि मैं कुछ नहीं करता, तो जिहड़ा है सतो भी खत्म हो जाएगा। जो सतो खत्म हो जाएगा, भावें वो चंगे पासे ही सीगा, लेकिन मैं सीगा। हुण जब करता आ जाएगा कि नहीं भाई करण वाला तो वो है, मैं तो कुछ है ही नहीं, तो फिर जिहड़ी गल बच जाएगी।
ਇੱਥੇ ਨੌਵੇਂ ਪਾਤਸ਼ਾਹ ਵੀ ਉਹੀ ਸਮਝਾ ਰਹੇ ਨੇ। ਜੇ ਪ੍ਰਾਣੀ ਹੋਮੇ ਤਜੀ ਕਰਤਾ ਰਾਮ ਪਛਾਣ ਕੇ, ਕਰਨ ਵਾਲਾ ਰਾਮ ਹੈਗਾ। ਜਦ ਇਹ ਗੱਲ ਨੂੰ ਪਛਾਣ ਲਏਗਾ, ਕਹੋ ਨਾਨਕ ਵਹ ਮੁਕਤ ਨਰ, ਇਹ ਮਨ ਸਾਚੀ ਮਾਨ। ਇਹ ਮਨਾ ਇਹ ਗੱਲ ਨੂੰ ਸੱਚਾ ਮੰਨ ਲੈ। ਦੇਖੋ ਸੁਖਮਨੀ ਸਾਹਿਬ ਵਿੱਚ ਵੀ ਇਹੀ ਗੱਲ ਦਰਸਾਈ ਗਈ ਹੈ, ਇਹੀ ਗੱਲ ਡਟਾਈ ਗਈ ਹੈ, ਇਹੀ ਗੱਲ ਦ੍ਰਿੜ ਕਰਾਏਗੀ ਕਿ ਕਰਤਾ ਰਾਮ ਹੈਗਾ। ਜਦ ਬੰਦਾ ਇਸ ਗੱਲ ਨੂੰ ਸਮਝ ਲਏਗਾ ਕਿ ਮੈਂ ਨਹੀਂ ਕੁਛ ਕਰਦਾ, ਕਰਤਾ ਰਾਮ ਹੈਗਾ, ਤਾਂ ਫਿਰ ਉਹ ਜਿਹੜਾ ਹੈ ਸਤੋ ਗੁਣ ਤੋਂ ਉੱਪਰ ਨਿਕਲ ਜਾਏਗਾ। ਹਾਲਾਂਕਿ ਉਹ ਚੰਗੇ ਹੀ ਕੰਮ ਕਰ ਰਿਹਾ, ਲੇਕਿਨ ਉਹ ਕੰਮ ਵਿੱਚ ਮੈਂ ਹਾਜ਼ਰ ਹੈ ਕਿ ਮੈਂ ਇਹ ਚੰਗਾ ਕੰਮ ਕੀਤਾ, ਮੈਂ ਉਸਨੂੰ ਦਾਨ ਦਿੱਤਾ, ਮੈਂ ਉਹਦੇ ਬੱਚੇ ਪੜ੍ਹਾ ਦਿੱਤੇ। ਜਦ ਉਹ ਇਹ ਵਿਚਾਰ ਰੱਖੇਗਾ ਕਿ ਵੀ ਇਹ ਤਾਂ ਕਰਤੇ ਨੇ ਕੀਤਾ, ਕਰਤੇ ਨੇ ਕਰਾ ਦਿੱਤਾ, ਕਰਤੇ ਨੇ ਕਰ ਦਿੱਤਾ, ਕਰਤੇ ਨੇ ਕਰ ਦਿੱਤਾ, ਕਰਤਾ राम विचार, जब ये विचार आ जाएगा मन एकदम खत्म, शांत, शीतल, निर्मल, जितना गुरु साहब समझा रहे हैं। जे प्राणी हो में तजी करता राम पछान, कहो नानक वह मुक्त नर, ये मन साची मान। ये मना ये गल नूं सच्चा मन ले कि करता राम हैगा, आपां करता कुरता नहीं आ, ਉਹ ਸਾਡਾ ਕਰਨ ਵਾਲਾ ਵੀ ਉਹੀ ਹੈਗਾ। ਇਹ ਗੱਲ ਡਟਾਉਣ ਵਾਸਤੇ ਗੁਰੂ ਸਾਹਿਬ ਬਹੁਤ ਜ਼ੋਰ ਦੇ ਰਹੇ ਨੇ, ਔਰ ਮਨ ਨੂੰ ਸੁਣਨ ਵਾਸਤੇ ਲਾ ਰਹੇ ਕਿ ਬਈ ਮਨਾ ਤੂੰ ਸੁਣ, ਮਨਾ ਤੂੰ ਸੁਣ। ਸਰੀਰ ਨੂੰ ਨਹੀਂ ਬੋਲ ਰਹੇ, ਮਨ ਨੂੰ ਦੱਸ ਰਹੇ ਕਿ ਮਨ ਅੰਦਰ ਜਿਹੜਾ ਨਾ ਸੁਣਨ ਹਾਰ ਹੈਗਾ, ਜਾਗਣ ਹਾਰ ਹੈ। ਜਾਗ ਰੇ ਮਨ ਜਾਗਨ ਹਾਰੇ, ਮਨ ਜਾਗਨ ਹਾਰਾ ਹੈਗਾ। ਅਜੇ ਉਹ ਸੁੱਤਾ ਆ, ਲੇਕਿਨ ਆਪਾਂ ਤੁਸੀਂ ਬੋਲੋਗੇ ਵੀ ਸੁੱਤਾ ਕਿਦਾ, ਮੈਂ ਤਾਂ ਹੁਣ ਚਾਹ ਚੂ ਪੀ ਗਿਆ, ਮੈਂ ਤਾਂ ਜਾਗਦਾ ਪਿਆ। ਅੰਦਰੋਂ ਸੁੱਤਾ ਹੋਇਆ ਭਾਈ, ਅੰਦਰੋਂ ਸੁੱਤਾ ਹੋਇਆ। ਇਸ ਕਰਕੇ ਜਗਾਣ ਦੀ ਜਿਹੜੀ ਆਵਾਜ਼ ਗੁਰੂ ਤੇਗ ਬਹਾਦਰ ਸਾਹਿਬ ਨੇ ਮਨ ਨੂੰ ਜਗਾਣ ਦੀ ਜਿਹੜੀ ਆਵਾਜ਼ ਦਿੱਤੀ ਹੈ ਨਾ, ਉਹ ਅਨਪੈਰਲਲ ਹੈ। ਉਹ ਬਹੁਤ ਅੰਦਰ ਤੱਕ ਡਰਿਲ ਕਰ ਦਿੰਦੀ, ਬਹੁਤ ਅੰਦਰ ਤੱਕ ਜਿਹੜੀ ਉਹਨਾਂ ਦੀ ਸ਼ਕਤੀ ਅੰਦਰ ਜਾਣ ਦੀ। ਇਤਨੀ ਸ਼ਕਤੀਸ਼ਾਲੀ ਸ਼ਬਦ ਹੈਗੇ ਨੇ ਇਹ ਕਿ ਬੰਦੇ ਨੂੰ, ਸੁੱਤੇ ਬੰਦੇ ਦਾ ਜਿਹਦਾ ਮਨ ਸੋ ਰਿਹਾ ਹੈ, ਕਿਉਂਕਿ ਉਹ ਮਨ 'ਤੇ ਨਿਸ਼ਾਨਾ ਬਣਾ ਕੇ ਜਿਹੜਾ ਹੈ ਨਾ ਵੇਦ ਰਹੇ ਨੇ ਔਰ ਗਿਆਨ ਦੇ ਰਹੇ ਨੇ, ਗਿਆਨ। ਔਰ ਛੋਟੇ ਦੋ ਦੋ ਲਾਈਨਾਂ ਦੇ ਸ਼ਲੋਕ ਵਿੱਚ ਮਨ ਨੂੰ ਜਗਾਉਣ ਦੀ ਜਿਹੜੀ ਨੇ ਉਹਨਾਂ ਨੇ ਬਹੁਤ ਗੱਲ ਦੱਸੀ ਕਿ ਜਾਗ ਰੇ ਮਨ ਜਾਗਨ ਹਾਰੇ। ਅੱਗੇ ਹੋਰ ਵੀ ਆਣਗੇ ਕਈ ਲਾਈਨਾਂ, ਇਹ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਾਈਨ ਬੋਲੀ ਹੈ, ਇਹ ਅਜੇ ਹੋਰ ਆਣਗੇ ਮਨ ਨੂੰ, ਲੇਕਿਨ ਮਨ ਦੇ ਉੱਤੇ ਜ਼ੋਰ ਦੇ ਰਹੇ ਨੇ ਗੁਰੂ ਸਾਹਿਬ, ਕਿਉਂਕਿ ਮਨ ਹੀ ਐਸੀ ਚੀਜ਼ ਹੈ ਜਿਹੜਾ ਸੌਂਦਾ ਪਿਆ। ਉਹ ਮਨ ਹੀ ਐਸੀ ਚੀਜ਼ ਹੈ ਜਿਹੜੇ ਸਰੀਰ ਦੇ ਅੰਦਰ ਸੁਣ ਵੀ ਸਕਦਾ, ਸੌਂ ਵੀ ਸਕਦਾ, ਗੰਦੇ ਪਾਸੇ ਵੀ ਲੈ ਜਾ ਸਕਦਾ, ਚੰਗੇ ਪਾਸੇ ਵੀ ਲੈ ਜਾ, ਉਹਦੇ ਅੰਦਰ ਰਾਮ ਵੀ ਵਸ ਸਕਦਾ, ਉਹਦੇ ਅੰਦਰ ਮਾਇਆ ਵੀ ਵਸ ਸਕਦੀ। ਮਨ ਐਸੀ ਚੀਜ਼ ਹੈ, ਔਰ ਮਨ ਹੀ ਜਿਹੜਾ ਹੈ ਮਨੁੱਖ ਨੂੰ ਕਰਮ ਕਰਾ ਦਿੰਦਾ ਹੈ। ਮਨ ਦੇ ਚਲਦੇ ਮਨੁੱਖ ਕੀ ਕੰਮ ਕਰਦਾ ਹੈ, ਉਹ ਬਾਣੀ ਵਿੱਚ ਬਹੁਤ ਚੰਗੀ ਤਰ੍ਹਾਂ ਲਿਖਿਆ ਗਿਆ, ਪੜ੍ਹਿਆ ਗਿਆ, ਸਮਝਾਇਆ ਗਿਆ ਹੈ। ਉਸ ਤੋਂ ਉਪਰੰਤ ਜਿਹੜਾ ਹੈ ਮਨ ਦੇ ਉੱਤੇ ਜਿਹੜੀ ਹੈ ਜ਼ੋਰ ਪਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ। ਇਹਨਾਂ ਦੀ ਪੂਰੀ ਬਾਣੀ ਜਿਹੜੀ ਮਨ ਨੂੰ ਜਿਤਨਾ ਵਧੀਆ ਤਰੀਕੇ ਨਾਲ ਬਾਣੀ ਵਿੱਚ ਲਿਖਿਆ ਗਿਆ ਹੈ, ਉਹ ਕਿਧਰੇ ਵੀ ਉਤਨਾ ਚੰਗੇ ਤਰੀਕੇ, ਚਾਹੇ ਗੁਰੂ ਪਹਿਲੇ ਗੁਰੂ ਸਾਹਿਬ, ਚਾਹੇ 9ਵੇਂ, ਚਾਹੇ 10ਵੇਂ, ਸਾਰੀਆਂ ਗੱਲਾਂ ਮਨ ਦੇ ਉੱਤੇ ਚੱਲਦੀ। ਚਾਹੇ ਕਬੀਰਦਾਸ ਜੀ ਨੇ, ਚਾਹੇ ਹੋਰ ਕੋਈ ਸੰਤ ਮਹਾਤਮਾ, ਸਾਰਿਆਂ ਨੇ ਮਨ ਦੇ ਉੱਤੇ ਬਹੁਤ ਜ਼ੋਰ ਦਿੱਤਾ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ, ਉਹ ਪੜ੍ਹਨ ਨਾਲ ਮਨ ਜਾਗਰਿਤ ਹੋ ਜਾਂਦਾ, ਬਹੁਤ ਜਲਦੀ ਜਾਗਰਿਤ ਹੁੰਦਾ, ਕਿਉਂਕਿ ਐਸੀ ਫ੍ਰੀਕੁਐਂਸੀ, ਐਸੀ ਉਹਦੀ ਡਰਿਲਿੰਗ ਅੰਦਰ ਲੱਗਦੀ ਹੈ ਕਿ ਉਹ ਬਾਣੀ ਬਹੁਤ ਜਲਦੀ ਵਸ ਜਾਂਦੀ। ਆਪਾਂ ਕੁਛ ਸ਼ਲੋਕ ਵੀ ਗੁਰੂ 9ਵੇਂ ਪਾਤਸ਼ਾਹ ਦੇ ਸੁਣ ਲਵਾਂਗੇ, ਸਮਝ ਲਵਾਂਗੇ, ਤੇ ਉਹ ਦਿਲ ਦੇ ਅੰਦਰ ਬਹੁਤ ਛੇਤੀ ਵਸਦੀ ਹੈ ਔਰ ਮਨ ਨੂੰ ਜਾਗਰਤ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਗਲੇ ਵੀਡੀਓ ਵਿੱਚ ਅਗਲੇ ਪਦਾਂ ਦਾ ਵਿਚਾਰ ਰੱਖਾਂਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।